ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨ ਪਰਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰਿ ਮਨ ਵਸਤ ਨਾਨਕ ਹੋਤ ਨਿਹਾਲ ਏਕ ਅੱਖਰ ਹਰਿ ਮਨ ਵਸਤ ਨਾਨਕ ਹੋਤ ਨਿਹਾਲ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਪਿਛਲੇ ਸਮੇਂ ਤੋਂ ਵਿਚਾਰਦੇ ਆ ਰਹੇ ਹਾਂ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੱਕੇ ਦੇ ਅੰਦਰ ਬਿਰਾਜੇ ਹੋਏ ਨੇ। ਭਾਈ ਮਰਦਾਨੇ ਤਾਈਂ ਬਚਨ ਕਰਦੇ ਨੇ ਕਿ ਭਾਈ ਮਰਦਾਨਾ ਜੀ ਆਪ ਜੀਆਂ ਦੀ ਦਿਲੀ ਇੱਛਾ ਸੀ ਮੱਕੇ ਦੀ ਯਾਤਰਾ ਕਰਨ ਦੀ, ਮੱਕੇ ਦੇ ਦਰਸ਼ਨ ਕਰਨ ਦੀ, ਉਹ ਪੂਰੀ ਹੋ ਚੁੱਕੀ ਹੈ। ਹੁਣ ਜੇਕਰ ਮਨ ਦੇ ਵਿੱਚ ਹੋਰ ਵੀ ਕੋਈ ਇੱਛਾ ਹੈ ਉਹ ਵੀ ਦੱਸ ਦੇ ਦਿਓ। ਭਾਈ ਮਰਦਾਨੇ ਨੇ ਹੱਥ ਜੋੜੇ ਨੇ, ਕਹਿਣ ਲੱਗੇ ਨੇ ਮਹਾਰਾਜ ਹੁਣ ਮੱਕੇ ਦੇ ਵਿੱਚ ਤਾਂ ਆਈ ਹਾਂ, ਮਨ ਦੀ ਇੱਛਾ ਹੈ ਕਿ ਜੋ ਇਸਲਾਮ ਧਰਮ ਦਾ ਆਗੂ ਹੈ, ਪੀਰ ਹੈ ਹਜ਼ਰਤ ਮੁਹੰਮਦ, ਉਹਦੇ ਕਬਰ ਜਿੱਥੇ ਉਸ ਨੂੰ ਦਫਨਾਇਆ ਗਿਆ ਹੈ ਨਾ, ਉਹਦੀ ਜੋ ਕਬਰ ਹੈ ਉਸ ਨੂੰ ਵੇਖਣ ਦੀ ਇੱਛਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਉਹ ਮੱਕੇ ਤੋਂ ਦੂਰੀ ਤੇ ਹੈ, ਉਸ ਜਗ੍ਹਾ ਦਾ ਨਾਮ ਮਦੀਨਾ ਕਿਹਾ ਜਾਂਦਾ ਹੈ ਜਿੱਥੇ ਹਜ਼ਰਤ ਮੁਹੰਮਦ ਦੀ ਕਬਰ ਹੈ। ਭਾਈ ਮਰਦਾਨਾ ਜੀ ਪੁੱਛਣ ਲੱਗੇ ਮਹਾਰਾਜ ਇਹ ਤੋਂ ਕਿੰਨੀ ਦੂਰੀ ਤੇ ਹੋਵੇਗਾ? ਸਤਿਗੁਰੂ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਇੱਥੋਂ 12 ਦਿਨਾਂ ਦਾ ਰਸਤਾ ਹੈ, 240 ਕਿਲੋਮੀਟਰ ਦੇ ਕਰੀਬ ਹੈ। ਭਾਈ ਮਰਦਾਨਾ ਜੀ ਦੂਰੀ ਤੇ ਆਏ ਜਾਂਦਿਆਂ ਨੂੰ ਸਮਾਂ ਲੱਗ ਜਾਵੇਗਾ, 12 ਦਿਨ ਬਤੀਤ ਹੋ ਜਾਣਗੇ। ਕਹਿਣ ਲੱਗੇ ਮਹਾਰਾਜ ਆਪ ਜੀਆਂ ਦੀ ਕਿਰਪਾ ਹੋਈ, ਹਜ਼ਾਰਾਂ ਕਿਲੋਮੀਟਰ ਆਪਾਂ ਪਲ ਦੇ ਵਿੱਚ ਤੈਅ ਕਰ ਦਿੱਤਾ ਤੇ ਫਿਰ ਇਹ 12 ਦਿਨਾਂ ਦਾ ਰਸਤਾ ਸਾਡੇ ਲਈ ਦੂਰ ਥੋੜ੍ਹੀ ਹੈ। ਮੇਰੇ ਮਨ ਦੀ ਇੱਛਾ ਹੈ ਹੁਣ ਇੱਥੇ ਆਏ ਹਾਂ, ਫਿਰ ਪਤਾ ਨਹੀਂ ਕਦੋਂ ਆਈਏ ਜਾਂ ਨਾ ਆਈਏ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਠੀਕ ਹੈ, ਜਿਵੇਂ ਆਪ ਜੀਆਂ ਨੂੰ ਚੰਗਾ ਲੱਗਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਵਾਲੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਚੱਲੇ ਨੇ। 12 ਦਿਨਾਂ ਦਾ ਰਸਤਾ ਤੈਅ ਕੀਤਾ ਹੈ। ਮਹਾਰਾਜ ਮਦੀਨੇ ਪਹੁੰਚੇ ਨੇ। ਮਦੀਨੇ ਪਹੁੰਚੇ ਨੇ। ਮਦੀਨੇ ਪਹੁੰਚ ਕਰਕੇ ਸਤਿਗੁਰੂ ਜੀ ਭਾਈ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਉਹ ਸਾਹਮਣੇ ਜੋ ਚਾਰ ਦੀਵਾਰੀ ਹੈ, ਉਸ ਚਾਰ ਦੀਵਾਰੀ ਦੇ ਵਿੱਚ ਹਜ਼ਰਤ ਮੁਹੰਮਦ ਦੀ ਕਬਰ ਹੈ, ਜਾਓ ਜਾ ਕੇ ਵੇਖ ਆਓ। ਕਹਿਣ ਲੱਗਾ ਮਹਾਰਾਜ ਜਿਵੇਂ ਮੈਨੂੰ ਮੱਕੇ ਰੋਕ ਦਿੱਤਾ ਸੀ ਕਿਤੇ ਇੱਥੇ ਵੀ ਨਾ ਰੋਕ ਦੇਣ, ਆਪ ਜੀ ਨਾਲ ਚੱਲਣਾ ਕਰੋ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਜੀ ਇੱਥੋਂ ਦੀ ਉਹ ਮਰਿਆਦਾ ਨਹੀਂ, ਮੱਕੇ ਦੀ ਮਰਿਆਦਾ ਹੋਰ ਹੈ, ਮਦੀਨੇ ਦੀ ਮਰਿਆਦਾ ਹੋਰ ਹੈ। ਮੱਕੇ ਦੇ ਜਦੋਂ ਦਰਸ਼ਨ ਕਰਨੇ ਹੋ
ਮੁਸਲਮਾਨ ਲੋਕ ਅੱਖਾਂ ਨੂੰ ਬੰਦ ਕਰਕੇ ਦਰਸ਼ਨ ਕਰਵਾਉਂਦੇ ਨੇ, ਪਰ ਇੱਥੇ ਇੱਦਾਂ ਦੀ ਕੋਈ ਮਰਿਆਦਾ ਨਹੀਂ। ਆਪ ਜੀ ਜਾ ਕੇ ਦਰਸ਼ਨ ਕਰ ਸਕਦੇ ਹੋ। ਭਾਈ ਮਰਦਾਨਾ ਜੀਆਂ ਨੇ ਜਾ ਕੇ ਵੇਖਿਆ ਹੈ, ਹਜ਼ਰਤ ਮੁਹੰਮਦ ਦੀ ਕਬਰ ਹੈ। ਕਬਰ ਦੇ ਆਲੇ ਦੁਆਲੇ ਕਾਜੀ ਮੁੱਲਾ ਇਸਲਾਮੀ ਲੋਕ ਬੈਠੇ ਨੇ, ਸੇਵਾ ਕਰ ਰਹੇ ਨੇ, ਭਗਤੀ ਕਰ ਰਹੇ ਨੇ। ਕੁਝ ਕੁ ਸਮੇਂ ਬਾਅਦ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਉੱਠੇ ਨੇ, ਚਰਨਾਂ ਵਿੱਚ ਖੜਾਵਾਂ ਪਾਈਆਂ ਨੇ। ਮਹਾਰਾਜ ਵੀ ਹਜ਼ਰਤ ਮੁਹੰਮਦ ਦੀ ਜਿੱਥੇ ਕਬਰ ਹੈ ਉਸ ਕਬਰ ਦੇ ਨਜ਼ਦੀਕ ਪਹੁੰਚੇ ਨੇ। ਪੈਰਾਂ ਵਿੱਚ ਪਾਈਆਂ ਖੜਾਵਾਂ ਵੇਖ ਕੇ ਮੁੱਲਿਆਂ ਨੇ, ਕਾਜ਼ੀਆਂ ਨੇ ਬੜੀ ਈਰਖਾ ਕੀਤੀ ਹੈ ਕਿ ਤੁਸੀਂ ਸਾਡੇ ਪੀਰ ਹਜ਼ਰਤ ਮੁਹੰਮਦ ਦਾ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ। ਤੁਸੀਂ ਉਹਨਾਂ ਦੀ ਕਬਰ ਦੇ ਕੋਲ ਜੋੜੇ ਪਾ ਕੇ ਆਏ ਹੋ। ਆਪ ਜੀ ਕੌਣ ਹੋ, ਕਿੱਥੋਂ ਦੇ ਰਹਿਣ ਵਾਲੇ ਹੋ? ਚਲੋ ਪਿੱਛੇ ਹਟ ਜਾਵੋ, ਜੋੜੇ ਉਤਾਰ ਦੇਵੋ। ਇਹ ਸਾਡੇ ਹਜ਼ਰਤ ਮੁਹੰਮਦ ਦਾ ਘਰ ਹੈ, ਉਹ ਇਸ ਕਬਰ ਦੇ ਵਿੱਚ ਹੀ ਰਹਿੰਦਾ ਹੈ। ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਨੇ ਉਹਨਾਂ ਦੇ ਮਨ ਦੀ ਭਾਵਨਾ ਵੇਖਦਿਆਂ ਹੋਇਆਂ, ਜਿਸ ਭਰਮ ਭੁਲੇਖੇ ਵਿੱਚ ਉਹ ਬੈਠੇ ਸਨ ਕਿ ਇਸ ਕਬਰ ਦੇ ਵਿੱਚ ਹਜ਼ਰਤ ਮੁਹੰਮਦ ਹੈ, ਉਸ ਨੂੰ ਵੇਖਦਿਆਂ ਹੋਇਆਂ ਸਤਿਗੁਰਾਂ ਨੇ ਬਚਨ ਉਚਾਰਨ ਕੀਤਾ ਹੈ। ਸ਼੍ਰੀ ਰਾਗ ਅੰਦਰ ਮਹਾਰਾਜ ਬਖਸ਼ਿਸ਼ ਕਰਦੇ ਨੇ, ਮੁਕਾਮ ਕਰ ਘਰ ਬੈਸਣਾ ਨਿਤ ਚਲਣੇ ਕੀ ਧੋ। ਮੁਕਾਮ ਤਾਂ ਪਰ ਜਾਣੀਆ ਜਾ ਰਹਾ ਨਿਹਚਲ ਲੋਕ। ਸਤਿਗੁਰੂ ਜੀ ਕਹਿੰਦੇ ਹੈ, ਮੁਲਾਮਿਓ, ਇਹ ਸੰਸਾਰ ਦੇ ਉੱਪਰ ਜਿੰਨੇ ਵੀ ਘਰ ਨੇ ਨਾ, ਜਿੰਨੇ ਵੀ ਮੁਕਾਮ ਨੇ, ਘਰ ਬਣਾਏ ਹੋਏ ਨੇ, ਇਹ ਸਾਰੇ ਹੀ ਝੂਠੇ ਨੇ। ਇਹ ਪਲ ਦੋ ਪਲ ਦੇ ਵਾਸਤੇ ਹੈ। ਜਿੱਦਣ ਸਰੀਰ ਵਿੱਚੋਂ ਪ੍ਰਾਣ ਨਿਕਲ ਗਏ, ਇਹਨਾਂ ਘਰਾਂ ਨੂੰ ਛੱਡ ਕੇ ਜਾਣਾ ਪਵੇਗਾ। ਅਸਲ ਜੋ ਘਰ ਹੈ ਉਹ ਪਰਮੇਸ਼ਰ ਦਾ ਘਰ ਹੈ, ਜਿੱਥੋਂ ਇਹ ਮਨੁੱਖਾ ਜੀਵਨ ਲੈ ਕਰਕੇ ਤੁਸੀਂ ਮਾਤ ਲੋਕ ਤੇ ਆਏ ਹੋ। ਇਸ ਜੀਵਨ ਨੂੰ ਭੋਗ ਕਰਕੇ ਜਿੱਥੇ ਫਿਰ ਜਾਣਾ ਹੈ, ਅਸਲ ਤਾਂ ਉਹੀ ਪਰਮੇਸ਼ਰ ਦਾ ਘਰ ਹੈ। ਇੱਥੇ ਬੜੇ ਮੁਲਾਮੇ ਆਏ, 33 ਕਰੋੜ ਦੇਵੀ ਦੇਵਤਾ ਆਇਆ, 84 ਸਿੱਧ ਆਏ, ਬੜੇ ਜਤੀ ਸਤੀ ਲੋਕ ਆਏ। ਬਾਰੀ ਬਾਰੀ ਆਪਣਾ ਜੀਵਨ ਭੋਗ ਕਰਕੇ ਸਾਰੇ ਹੀ ਲੋਕ ਤੋਂ ਪਰਲੋਕ ਚਲੇ ਗਏ ਨੇ। ਤੇ ਯਾਦ ਰੱਖੋ, ਰਹਿਣਾ ਤੁਸੀਂ ਵੀ ਨਹੀਂ। ਪਲ ਦੋ ਪਲ ਦੀ ਜ਼ਿੰਦਗੀ ਹੈ, ਪਤਾ ਹੀ ਨਹੀਂ ਲੱਗਣਾ ਕਦੋਂ ਸਵਾਸਾਂ ਰੂਪੀ ਘੜਾ ਫੁੱਟਿਆ ਤੇ ਇਸ ਸੰਸਾਰ ਤੋਂ ਜਾਣਾ ਪਿਆ। ਅਸਲ ਜੋ ਪਰਮੇਸ਼ਰ ਦਾ ਘਰ ਹੈ, ਉੱਥੇ ਹੀ ਜਾਣਾ ਹੈ। ਉਹੀ ਅਸਲੀ ਮੁਕਾਮ ਹੈ, ਉਹੀ ਅਸਲੀ ਘਰ ਹੈ। ਤੇ ਅਸੀਂ ਐਸੇ ਪਰਮੇਸ਼ਰ ਮੂਹਰੇ ਬੇਨਤੀਆਂ ਕਰਦੇ ਹਾਂ ਜੋ ਸਦਾ ਹੀ ਸਥਿਰ ਰਹਿਣ ਵਾਲਾ ਹੈ, ਜੋ ਜਲਾਂ ਵਿੱਚ ਥਲਾਂ ਵਿੱਚ ਮਾਤ ਲੋਕ ਤੇ ਪਰਲੋਕ ਵਿੱਚ ਵਸਣ ਵਾਲਾ ਹੈ। ਤੁਸੀਂ ਆਪਣੇ ਜੀਵਨ ਦੀ, ਆਪਣਿਆਂ ਘਰਾਂ ਦੀ ਗੱਲ ਤਾਂ ਛੱਡੋ। ਐਸਾ ਵੀ ਸਮਾਂ ਧਰਤੀ ਤੇ ਕਈ ਵਾਰ ਆਇਆ ਹੈ ਜਦੋਂ ਸੂਰਜ, ਚੰਦਰਮਾ, ਜਿਹੜੇ ਲੱਖਾਂ ਹੀ ਤਾਰੇ ਹਨ, ਇਹ ਸਾਰੇ ਹੀ ਅਲੋਪ ਹੁੰਦੇ ਰਹੇ ਨੇ। ਤੇ ਫਿਰ ਇੱਕ ਮਨੁੱਖ ਦੇ ਜੀਵਨ ਦੀ ਕੀ ਆਸ ਹੈ, ਉਹਦੇ ਘਰ ਦੀ ਕੀ ਆਸ ਹੈ? ਐਸਾ ਸਤਿਗੁਰਾਂ ਨੇ ਜਦੋਂ ਉਪਦੇਸ਼ ਉਚਾਰਨ ਕੀਤਾ ਹੈ, ਇਤਿਹਾਸ ਦੱਸਦਾ ਹੈ ਕਿ ਹਜ਼ਰਤ ਮੁਹੰਮਦ ਦੀ ਕਬਰ ਸਤਿਗੁਰਾਂ ਦੇ ਚਰਨਾਂ ਤੇ ਨੀਵੀਂ ਹੋਈ ਹੈ, ਧਰਤੀ ਦੇ ਵਿੱਚ ਧਸੀ ਹੈ, ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਆਸੇ ਪਾਸੇ ਬੈਠੇ ਮੁਲਾਨੇ ਐਸਾ ਕੌਤਕ ਵੇਖ ਕਰਕੇ ਬੜਾ ਹੈਰਾਨ ਹੋਏ। ਕਹਿਣ ਲੱਗੇ ਕਿ ਜੋ ਸਾਡਾ ਹਜ਼ਰਤ ਮੁਹੰਮਦ ਹੈ ਸਾਰਿਆਂ ਦੇਵੀ ਦੇਵਤਿਆਂ ਤੋਂ ਵੱਡਾ ਹੈ, ਉੱਚ ਹੈ। ਜਦੋਂ ਇਹਨੇ ਹੀ ਤੁਹਾਨੂੰ ਸੀਸ ਝੁਕਾ ਦਿੱਤਾ ਤੇ ਸਾਡਾ ਵੀ ਸਿਰ ਝੁਕਾਉਣਾ ਬਣਦਾ ਹੈ। ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ, ਵੰਦਨਾ ਕੀਤੀ ਹੈ। ਮੁਲਾਨੇ ਕਹਿਣ ਲੱਗੇ ਨੇ, ਮਹਾਰਾਜ ਉਪਦੇਸ਼ ਦੇਵੋ ਜੋ ਸਾਡਾ ਵੀ ਜੀਵਨ ਸਫਲ ਹੋ ਜਾਵੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜਿਹੜੇ ਦਿਖਾਵੇ ਦਾ ਧਰਮ ਪਾਲਿਆ ਹੈ ਨਾ, ਪਹਿਲਾਂ ਦਿਖਾਵਾ ਦੂਰ ਕਰੋ। ਹਮੇਸ਼ਾ ਹਰ ਵਕਤ ਮੌਤ ਨੂੰ ਚੇਤੇ ਰੱਖੋ। ਮੌਤ ਨੂੰ ਚੇਤੇ ਰੱਖੋਗੇ, ਪਰਮੇਸ਼ਰ ਨਹੀਂ ਭੁੱਲੇਗਾ। ਜੇ ਪਰਮੇਸ਼ਰ ਨਹੀਂ ਭੁੱਲੇਗਾ ਤੇ ਲੋਕ ਅਤੇ ਪਰਲੋਕ ਸਫਲਾ ਹੋਵੇਗਾ। ਜਦੋਂ ਐਸਾ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ, ਸੁਣ ਕਰਕੇ ਬੜਾ ਪ੍ਰਸੰਨ ਹੋਏ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ
जेकर आप जी टुटे हो ऐसी कृपा कीती है, एक होर पर उपकार कर देवो। अपने चरणों का जोड़ा अपने चरणों की एक खड़ाम दे देवो सानू। सतगुरु जी कहते भाई तुसी उस खड़ाम का की करोगे? कहते हजरत मुहम्मद की कबर के कोल रखांगे। जिथे हजरत मुहम्मद की कबर की पूजा करते हैं उत्थे आप जियां की खड़ाम की भी पूजा करांगे, तां जो साडा लोक अते परलोक सफला होवेगा। इस प्रकार साहिब श्री गुरु नानक देव जी ने उपदेश दिता है। मदीने के जिहड़े काजी मुलाने निहाल कीते इथों तक कल दीयां कथा विचारां आईयां सन, जो आउण वाला अगला गुर इतिहास है। आओ श्रद्धा भावना दे नाल मन चित विरतियां एकाग्र करके श्रवण करिए जी। सतनाम श्री वाहिगुरु साहिब जीओ। दोहरा सुन कर सब रखाए कै। साहिब श्री गुरु नानक देव जी ਵੱਲੋਂ ਦਿੱਤਾ ਗਿਆ ਉਪਦੇਸ਼ ਸੁਣ ਕਰਕੇ ਸਾਰੇ ਹੀ ਕਾਜੀ ਮੁਲਾਨੇ ਬੜਾ ਪ੍ਰਸੰਨ ਹੋਏ। ਜਾਂਚੀ ਚਰਨ ਖਰਾਬ ਜਦੋਂ ਸਤਿਗੁਰਾਂ ਤੋਂ ਚਰਨਾਂ ਦੀ ਖੜਾਕ ਮੰਗੀ ਹੈ, ਹਿਤ ਪੂਜਨ ਕੇ ਤਹ ਰੱਖੀ। ਅਸੀਂ ਜਿਵੇਂ ਹਜ਼ਰਤ ਮੁਹੰਮਦ ਦੀ ਪੂਜਾ ਕਰਦੇ ਹਾਂ ਮਹਾਰਾਜ, ਉਵੇਂ ਹੀ ਆਪ ਜੀਆਂ ਦੇ ਖੜਾਕ ਦੀ ਪੂਜਾ ਕਰਾਂਗੇ। ਗੌਰ ਜਿਹ ਥਾਮ ਜਿੱਥੇ ਹਜ਼ਰਤ ਮੁਹੰਮਦ ਦੀ ਕਬਰ ਹੈ ਉੱਥੇ ਸਤਿਕਾਰ ਦੇ ਨਾਲ ਆਪ ਜੀਆਂ ਦੀ ਖੜਾਕ ਵਿਰਾਜਮਾਨ ਕਰਾਂਗੇ। ਕੇਤਕ ਦਿਵਸ ਬਤਾਏ ਕਹੈ। ਇਸ ਪ੍ਰਕਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਨੇ ਮਦੀਨੇ ਦੀ ਧਰਤੀ ਉੱਪਰ ਕੁਝ ਦਿਨ ਹੋਰ ਬਤੀਤ ਕੀਤੇ ਨੇ। ਸ੍ਰੀ ਨਾਨਕ ਗੁਰ ਖਾਨ ਫਿਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਗੁਣਾਂ ਦੀ ਖਾਣ ਨੇ, ਮੱਕੇ ਕੋ ਆਏ ਬਹੁਰ ਮਹਾਰਾਜ ਫਿਰ ਮਦੀਨੇ ਤੋਂ ਮੱਕੇ ਵਾਪਸ ਆਏ ਨੇ। ਵੈਸੇ ਪੂਰਵ ਥਾਮ ਜਿੱਥੇ ਸਤਿਗੁਰੂ ਜੀ ਮੱਕੇ ਦੇ ਨਜ਼ਦੀਕ ਮੱਕੇ ਦੀ ਕੰਧ ਨਾਲ ਪਹਿਲਾਂ ਬੈਠੇ ਸਨ, ਮਹਾਰਾਜ ਆ ਕੇ ਫਿਰ ਉੱਥੇ ਬਿਰਾਜੇ ਨੇ। ਪੱਕਰ ਜੀ ਹਾਜੀ ਮਿਲੇ ਜੋ ਮੱਕੇ ਆਉਣ ਤੋਂ ਪਹਿਲਾਂ ਪੱਥਰ ਸਖਰ ਦੇ ਇਲਾਕੇ ਵਿੱਚ ਜਿਹੜੇ ਕਾਜੀ ਮੁਲਾਨੇ ਸਤਿਗੁਰਾਂ ਨਾਲ ਈਰਖਾ ਕਰਦੇ ਸਨ, ਸਤਿਗੁਰਾਂ ਨੂੰ ਪਹਿਲਾਂ ਮਿਲੇ ਸਨ, ਉਹ ਆ ਕਰਕੇ ਫਿਰ ਮਿਲੇ ਨੇ। ਦਹਿਸ਼ਨ ਪਹੁੰਚੇ ਆਏ। ਉਹ ਹੁਣ ਇਸ ਵਕਤ ਸਤਿਗੁਰਾਂ ਨੂੰ ਇਸ ਧਰਤੀ ਉੱਪਰ ਮੱਕੇ ਆਇਆ ਨੂੰ 1 ਸਾਲ ਬਤੀਤ ਹੋ ਚੁੱਕਾ ਹੈ। ਉਹ 1 ਸਾਲ ਬਾਅਦ ਪਹੁੰਚੇ ਨੇ। ਬਿਸਮੇ ਦਰਸ ਬਿਲੂਕ ਕੈ ਆ ਕਰਕੇ ਜਿਸ ਨੂੰ ਪਿੱਛੇ ਛੱਡ ਕੇ ਆਏ ਸਨ ਉਸ ਨੂੰ ਮੂਹਰੇ ਬੈਠਿਆ ਵੇਖ ਕਰਕੇ ਹੈਰਾਨ ਹੋਏ ਨੇ। ਮੁਕਤੀ ਬਚਨ ਅਲਾਈ ਤੇ ਆਪਸ ਦੇ ਵਿੱਚ ਵਿਚਾਰਾਂ ਕਰਦੇ ਹੋਏ ਕਹਿਣ ਲੱਗੇ, ਕਬ ਕੋ ਇਹ ਹਾਜੀ ਆਇਓ। ਜਿਹੜੇ ਉੱਥੋਂ ਦੇ ਲੋਕ ਨੇ ਕਾਜੀ ਮੁਲਾਨੇ ਨੇ ਉਹਨਾਂ ਨੂੰ ਪੁੱਛਣ ਲੱਗੇ ਨੇ ਕਿ ਜਿਹੜਾ ਇਹ ਹਾਜੀ ਪੀਰ ਸਾਡੇ ਮੂਹਰੇ ਬੈਠਾ ਹੈ ਇਹ ਕਦੋਂ ਦਾ ਆਇਆ ਹੈ। ਹਮ ਛੋਰਿਓ ਪਛਾਤ ਇਹਦੇ ਨਾਲ ਈਰਖਾ ਕਰਕੇ ਅਸੀਂ ਇਸ ਨੂੰ ਉਹ ਪੱਕਰ ਸਖਰ ਦੇ ਇਲਾਕੇ ਵਿੱਚ ਉੱਥੇ ਹੀ ਛੱਡ ਆਏ ਸੀ। ਕੈਸੇ ਪੰਥ ਉਲੰਘਿਓ। ਇਹਨੇ ਇੰਨਾ ਲੰਬਾ ਸਮਾਂ ਜਿਹੜਾ ਅਸੀਂ 1 ਸਾਲ ਵਿੱਚ ਬਤੀਤ ਕੀਤਾ ਹੈ, ਇਹਨੇ ਕਿਵੇਂ ਤੈਅ ਕੀਤਾ ਹੈ। ਹਿੰਦ ਜਨਮ ਬਖਿਆਤ ਅਸੀਂ ਹਿੰਦੂਆਂ ਦੇ ਘਰ ਦਾ ਇਹਦਾ ਜਨਮ ਜਾਣਿਆ ਹੈ। ਉਤੇ ਸੋ ਬੈਠੇ ਨਰ ਤਹਾਂ ਜਿਹੜੇ ਹੋਰ ਲੋਕ ਮੱਕੇ ਦੇ ਨਜ਼ਦੀਕ ਰਹਿਣ ਵਾਲੇ ਉੱਥੇ ਬੈਠੇ ਸਨ, ਸੋ ਬੋਲੇ ਬਿਨ ਸਾਥ। ਉਹ ਉਹਨਾਂ ਮੁਲਾਨਿਆਂ ਨੂੰ ਇਸ ਪ੍ਰਕਾਰ ਜਵਾਬ ਦੇਣ ਲੱਗੇ ਨੇ। ਇੱਕ ਵਰਖ ਬੀਤਿਓ ਇਹਾਂ ਕਹਿੰਦੇ ਇਹਨਾਂ ਨੂੰ ਆਇਆ ਨੂੰ ਤਾਂ ਇੱਥੇ 1 ਸਾਲ ਹੋ ਚੁੱਕਾ ਹੈ। ਕਲਾਬਾਨ ਜਗਨਾਥ ਇਹ ਜਗਤ ਦੇ ਮਾਲਕ ਨੇ, ਸਰਬ ਕਲਾ ਸਮਰੱਥ ਸ਼ਕਤੀ ਵਾਲੇ ਨੇ। ਜਨ ਸੰਗ ਕਾਬਾ ਫਿਰਿਓ। ਇਹਨਾਂ ਦੇ ਚਰਨਾਂ ਦੇ ਨਾਲ ਨਾਲ ਹੀ ਦੇਖੋ ਆਪਣਾ ਕਾਬਾ ਆਪਣਾ ਮੱਕਾ ਵੀ ਘੁੰਮਿਆ ਹੈ। ਤੁਰਕ ਨਿਵੇਕ ਸਭ ਦੇਖ ਤੇ ਜਿਹੜੇ ਸਊਦੀ ਅਰਬ ਦੇ ਵਿੱਚ ਰਹਿਣ ਵਾਲੇ ਸਾਰੇ ਹੀ ਤੁਰਕ ਲੋਕ ਨੇ, ਇਹਨਾਂ ਦੇ ਸੀਸ ਉੱਪਰ ਸਾਰਿਆਂ ਨੇ ਬੰਦਨਾ ਨਮਸਕਾਰ ਕੀਤੀ ਹੈ। ਅਹ ਸਰੀਰ
ਖੁਦਾਈ ਕੋ ਇਹ ਤਾਂ ਖੁਦਾ ਦਾ ਸਰੀਰ ਹੈ। ਖੁਦਾ ਨੇ ਇਹ ਗੁਰੂ ਨਾਨਕ ਦਾ ਸਰੀਰ ਧਾਰਨ ਕੀਤਾ ਹੈ ਜਗ ਉਧਾਰ ਹਿਤ ਦੇਖ ਤੇ ਸੰਸਾਰ ਨੂੰ ਤਾਰਨ ਵਾਸਤੇ ਇਹ ਮਨੁੱਖਾ ਜੀਵਨ ਲੈ ਕਰਕੇ ਆਏ ਨੇ। ਸੋਨ ਮਨ ਮਹਿਮਾ ਲਖੀ ਇਸ ਪ੍ਰਕਾਰ ਜਦੋਂ ਉਹਨਾਂ ਮਲਾਲਿਆਂ ਨੇ ਸਤਿਗੁਰਾਂ ਦੀ ਵਡਿਆਈ ਸੁਣੀ ਹੈ, ਕਲਾ ਵਿਖਨ ਭਾਜਾਬ ਸਤਿਗੁਰਾਂ ਦੀ ਸ਼ਕਤੀ ਦੀ ਪਰਖ ਕਰਨ ਵਾਸਤੇ ਉਹਨਾਂ ਦੇ ਮਨ ਵਿੱਚ ਇਹ ਇੱਛਾ ਜਾਗੀ ਹੈ। ਅਹੈ ਸਰੀਰ ਖੁਦਾਈ ਕੋ ਕਹਿਣ ਲੱਗੇ ਜੇਕਰ ਇਹ ਖੁਦਾ ਦਾ ਸਰੀਰ ਹੈ, ਆਪ ਖੁਦਾ ਹੈ, ਜਲ ਇਠਾ ਮਗਵਾਮ ਅਸੀਂ ਹੁਣ ਨਿਵਾਜ ਅਦਾ ਕਰਨੀ ਹੈ ਤੇ ਸਾਨੂੰ ਜਲ ਦੀ ਜ਼ਰੂਰਤ ਹੈ, ਪਾਣੀ ਦੀ ਜ਼ਰੂਰਤ ਹੈ। ਇਹਨੂੰ ਕਹਿ ਦੇਵੋ ਇੱਥੇ ਦੂਰ ਦੂਰ ਤੱਕ ਕਿਤੇ ਵੀ ਜਲ ਨਹੀਂ। ਜੇ ਇਹਦੇ ਵਿੱਚ ਸ਼ਕਤੀ ਹੈ, ਇੱਥੇ ਹੀ ਜਲ ਪ੍ਰਗਟ ਕਰੇ, ਇੱਥੇ ਹੀ ਜਲ ਪ੍ਰਗਟ ਕਰੇ, ਸਾਨੂੰ ਇੱਥੇ ਹੀ ਪਾਣੀ ਮੰਗਵਾ ਦੇਵੇ ਜੀ। ਆਸਾ ਟਿਕੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਕਵੀ ਜੀ ਕਹਿੰਦੇ ਹੱਥ ਵਿੱਚ ਇੱਕ ਸੋਟਾ ਫੜਿਆ ਹੈ। ਲੈ ਸ੍ਰੀ ਜੋਗ ਲੈ ਸ੍ਰੀ ਗੁਰ ਨਿਜ ਹਾਥ ਮਹਾਰਾਜ ਜੀਆਂ ਨੇ ਹੱਥਾਂ ਦੇ ਵਿੱਚ ਸੋਟਾ ਫੜਿਆ ਹੈ। ਉਹਨਾਂ ਦੇ ਬਚਨ ਸੁਣ ਕਰਕੇ ਕਾਬੇ ਕੀਰ ਦੀਵਾਰ ਮੇ ਜਿਹੜੀ ਮੱਕੇ ਦੀ ਕੰਧ ਸੀ ਜਿੱਥੇ ਸਤਿਗੁਰੂ ਜੀ ਬੈਠੇ ਸਨ, ਮਹਾਰਾਜ ਜੀਆਂ ਨੇ ਕੰਧ ਦੇ ਵਿੱਚ ਖਾਣਿਓ ਜੋਰ ਕੇ ਸਾਥ ਮਹਾਰਾਜ ਜੀ ਨੇ ਜ਼ੋਰ ਦੇ ਨਾਲ ਉਸ ਮੱਕੇ ਦੀ ਕੰਧ ਦੀ ਜੜ ਵਿੱਚ ਮਾਰਿਆ ਹੈ। ਛੁੱਟੀ ਬੰਬ ਤਬ ਨੀਰ ਕੀ ਇੱਕ ਦਾਮ ਧਰਤੀ ਵਿੱਚ ਤੇੜਾ ਆਈਆਂ ਨੇ ਤੇ ਉਥੋਂ ਇੱਕ ਜਲ ਦੀ ਧਾਰ ਪ੍ਰਗਟ ਹੋਈ ਹੈ। ਸਰਬ ਮੈਂ ਕੀਨ ਤੇ ਸਾਰਿਆਂ ਨੇ ਉਹ ਜਲ ਛਕਣਾ ਕੀਤਾ ਹੈ, ਉਜੂ ਸਾਜਿਆ ਹੈ। ਚਰਨ ਬੰਦਨਾ ਕੋ ਕਰਤ ਤੇ ਜਿਨ੍ਹਾਂ ਦੇ ਮਨ ਵਿੱਚ ਥੋੜੇ ਬਹੁਤੇ ਭਰਮ ਭੁਲੇਖੇ ਸਨ, ਉਹਨਾਂ ਦੇ ਭਰਮ ਭੁਲੇਖੇ ਦੂਰ ਹੋਏ ਨੇ। ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ ਹੈ। ਜਾਨੀ ਅਜਮਤ ਪੀਨ ਜਾਣ ਚੁੱਕੇ ਨੇ ਕਿ ਇਹ ਪੂਰਾ ਪਰਮੇਸ਼ਰ ਰੂਪ ਖੁਦਾ ਹੈ। ਬੂਝਤ ਪਏ ਕਹਿ ਖਾਨ ਤੇ ਪੁੱਛਣ ਲੱਗੇ ਨੇ ਸਤਿਗੁਰਾਂ ਤਾਈਂ ਕਿ ਕਿਹੜੇ ਥਾਂ ਤੋਂ ਇਤੋ ਨਿਕਸਿਓ ਨੀਰ ਜਿੱਥੋਂ ਇਹ ਜਲ ਨਿਕਲਿਆ ਹੈ, ਇਹ ਕਿਹੜੀ ਜਗ੍ਹਾ ਹੈ, ਕਿੱਥੋਂ ਨਿਕਲਿਆ ਹੈ। ਹਮੇ ਬਤਾਵੋ ਭੇਦ ਸਭ ਸਾਨੂੰ ਇਹ ਸਾਰਾ ਹੀ ਭੇਦ ਦੱਸਣਾ ਕਰੋ ਜੀ। ਤੁਮਕੋ ਗੁਨੀ ਗੰਭੀਰ ਤੁਸੀਂ ਗੁਣਾਂ ਦੇ ਖਜ਼ਾਨੇ ਹੋ। ਸ੍ਰੀ ਗੁਰੂ ਬੋਲੇ ਕਲਾ ਨਿਧ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਸਰਬ ਕਲਾ ਸਮਰੱਥ ਮਹਾਰਾਜ ਬੋਲੇ ਨੇ। ਇਹ ਸਿਵਲਿੰਗ ਸਥਾਨ ਇਹ ਤਾਂ ਭਾਈ ਭਗਵਾਨ ਸ਼ਿਵ ਜੀ ਦਾ ਅਸਥਾਨ ਹੈ ਜਾਂ ਮਹਿ ਬਰਕਤ ਵੱਡੀ ਹੈ ਤੇ ਉਹਨਾਂ ਦੇ ਸਥਾਨ ਉੱਤੇ ਇੱਥੇ ਬੜੀ ਵੱਡੀ ਬਰਕਤ ਹੈ। ਜਗਤ ਜੋ ਦੇਵ ਸੋ ਥਾਨ ਤੇ ਜੋ ਵੀ ਇੱਥੇ ਸ਼ਰਧਾ ਧਾਰਨ ਕਰਕੇ ਕੁਝ ਵੀ ਮੰਗਦਾ ਹੈ, ਉਹਦੀਆਂ ਇਛਾਵਾਂ ਪੂਰੀਆਂ ਹੁੰਦੀਆਂ ਨੇ। ਆਨਹਿ ਆਪ ਫਰਿਸ਼ਤੇ ਤੇ ਸ਼ਿਵ ਜੀ ਦਾ ਜੋ ਚਿੰਨ੍ਹ ਹੈ ਸ਼ਿਵਲਿੰਗ, ਉਹਦੀ ਪੂਜਾ ਕਰਨ ਵਾਸਤੇ ਹਰ ਰੋਜ਼ ਫਰਿਸ਼ਤੇ ਆਉਂਦੇ ਨੇ। ਗੁਸਲ ਕਰਾਵਨ ਲਿੰਗ ਤੇ ਆ ਕਰਕੇ ਸ਼ਿਵਲਿੰਗ ਦਾ ਜਲ ਦੇ ਨਾਲ ਇਸ਼ਨਾਨ ਕਰਵਾਉਂਦੇ ਨੇ। ਸੋ ਨਿਕਸਿਓ ਬਹਿਰ ਕੋ ਉਹੀ ਜਲ ਇਸ ਧਰਤੀ ਥੱਲੇ ਇਕੱਠਾ ਹੋਇਆ ਹੈ ਤੇ ਅਸੀਂ ਸੋਟਾ ਮਾਰ ਕੇ ਉਹੀ ਜਲ ਪ੍ਰਗਟ ਕੀਤਾ ਹੈ। ਉਜੂ ਕੀਓ ਜਿਹ ਸੰਗ ਜਿਸ ਜਲ ਨੂੰ ਤੁਸੀਂ ਛਕਣਾ ਕੀਤਾ ਹੈ, ਉਜੂ ਸਾਜਿਆ ਹੈ। ਭਾਵ ਹੈ ਕੰਬਰ ਤੁਮਾਰ ਜੋ ਤੇ ਜਿਹੜਾ ਤੁਹਾਡਾ ਪੈਗੰਬਰ ਹੋਇਆ ਹੈ ਨਾ, ਹਜ਼ਰਤ ਮੁਹੰਮਦ, ਨਾਮ ਮੁਹੰਮਦ ਜਾਹੀ ਜਿਸ ਨੂੰ ਤੁਸੀਂ ਮੁਹੰਮਦ ਦੇ ਨਾਮ ਨਾਲ ਜਾਣਦੇ ਹੋ, ਸਤਿਕਾਰ ਕਰਦੇ ਹੋ, ਜਿਹਦੀ ਤੁਮ ਉਤਮ ਸਭੈ ਜਿਹਦੀ ਤੁਸੀਂ ਸਾਰੇ ਹੀ ਪਰਜਾ ਹੋ, ਜਿਸ ਦੇ ਤੁਸੀਂ ਸਾਰੇ ਹੀ ਸੇਵਕ ਸ਼ਰਧਾਲੂ ਹੋ। ਲਿਖਾ ਤਪ ਕੀਏ ਤਾਹੀ ਉਹਨੇ ਇਸ ਜਗ੍ਹਾ ਉੱਪਰ ਬੈਠ ਕਰਕੇ ਹੀ ਭਗਤੀ ਕੀਤੀ ਹੈ। ਬੁਜ਼ਰਗ ਕੋ ਇਸ ਥਾਨ ਲਖ ਜਾਓ ਜਿਹੜਾ ਤੁਹਾਡੇ ਬਜ਼ੁਰਗਾਂ ਦਾ ਵਡੇਰਿਆਂ ਦਾ ਅਸਥਾਨ ਹੈ। ਜਾਓ ਕੀਨ ਆਹਾਰ ਤੇ ਉਹਨੇ ਆਪਣੇ ਜੀਵਨ ਅੰਦਰ ਭਗਤੀ ਕਰਦੇ ਸਮੇਂ ਹੋਰ ਕੋਈ ਖਾਣਾ ਨਹੀਂ ਛਕਿਆ,
ਸਿਰਫ ਜਿਉਂ ਸ਼ੱਕ ਕਰਕੇ ਹੀ ਗੁਜ਼ਾਰਾ ਕੀਤਾ ਹੈ ਅਤੇ ਸਾਰਾ ਦਿਨ ਬੰਦਗੀ ਕੀਤੀ ਹੈ। ਹੀਨ ਬੰਦਗੀ ਅੱਲਾਹ ਕੀ, ਅੱਲਾਹ ਦੀ ਬੰਦਗੀ ਦੇ ਵਿੱਚ ਲੱਗਿਆ ਰਿਹਾ ਹੈ। ਚਿਰਕਾਲ ਤਪਤਾਰ, ਬੜਾ ਲੰਬਾ ਸਮਾਂ ਜਦੋਂ ਉਹਨੇ ਇਹ ਤਪ ਧਾਰਨ ਕੀਤਾ ਹੈ। ਪਾਏ ਫਰਿਸ਼ਤੇ ਕੋ ਦਰਸ, ਤੇ ਫਿਰ ਜੋ ਸ਼ਿਵਲਿੰਗ ਦੀ ਪੂਜਾ ਕਰਨ ਵਾਸਤੇ ਫਰਿਸ਼ਤੇ ਆਉਂਦੇ ਸਨ, ਉਹਨਾਂ ਦੇ ਉਸ ਨੂੰ ਦਰਸ਼ਨ ਹੋਏ ਸਨ। ਸਖਤਵਾਨ ਹਵੇ ਸੋਏ, ਤੇ ਉਹਨਾਂ ਦੇ ਦਰਸ਼ਨ ਕਰਕੇ ਉਹ ਸ਼ਕਤੀਵਾਨ ਹੋਇਆ ਸੀ, ਸ਼ਕਤੀਆਂ ਦਾ ਮਾਲਕ ਬਣਿਆ ਸੀ। ਪੂਰਨ ਪੈਗੰਬਰ ਭਇਓ, ਤੇ ਫਿਰ ਹੀ ਪੂਰਨ ਪੈਗੰਬਰ ਉੱਚ ਪੀਰ ਬਣਿਆ ਸੀ। ਜਗ ਮਹਿ ਪ੍ਰਗਟ ਹੋਏ, ਇਸ ਪ੍ਰਕਾਰ ਉਹਦੀ ਮਹਿਮਾ ਸੰਸਾਰ ਵਿੱਚ ਪ੍ਰਗਟ ਹੋਈ ਸੀ। ਸੁਣ ਕਰ ਸਭੀ ਸਰੋਨ ਸੁਣ ਮੈਂ, ਕਰਕੇ ਸਾਰੇ ਮੁਲਾਨੇ ਮੁਸਲਮਾਨਾਂ ਨੇ ਆਪਣੇ ਕੰਨਾਂ ਨਾਲ ਧੰਨ ਧੰਨ ਮੁਖ ਭਾਗ, ਤੇ ਮੁਖ ਤੋਂ ਧੰਨ ਧੰਨ ਜੈ ਜੈਕਾਰ ਕਰਦੇ ਨੇ। ਜਾਜਾ ਕੀਨੀ ਅਦਕ ਹੀ, ਇਸ ਪ੍ਰਕਾਰ ਬੜਾ ਸਤਿਕਾਰ ਸਤਿਗੁਰਾਂ ਦਾ ਕੀਤਾ ਹੈ। ਹਿਰਦੈ ਭਾਉ ਕੋ ਰਾਖ, ਤੇ ਆਪਣੇ ਦਿਲਾਂ ਵਿੱਚ ਸਤਿਗੁਰਾਂ ਪ੍ਰਤੀ ਬੜਾ ਪ੍ਰੇਮ ਪੈਦਾ ਹੋਇਆ ਹੈ। ਗ੍ਰੰਥ ਬਟਨ ਤੇ ਨਹੀਂ ਕਹੀ, ਕਵੀ ਜੀ ਕਹਿੰਦੇ ਜੇਕਰ ਮੱਕੇ ਦੀ ਪੂਰਨ ਕਥਾ ਲਿਖਦੇ ਤੇ ਗ੍ਰੰਥ ਬੜਾ ਵੱਡਾ ਹੋ ਜਾਣਾ ਸੀ, ਕਥਾ ਬੜੀ ਲੰਬੀ ਹੋ ਜਾਣੀ ਸੀ। ਕੀਨੀ ਕਥਾ ਸਮਾਸ, ਇਸ ਲਈ ਜਿਹੜੀਆਂ ਜ਼ਰੂਰੀ ਗੱਲਾਂ ਸਨ, ਜ਼ਰੂਰੀ ਪਸੰਦ ਸੀ, ਉਹ ਆਪ ਜੀਆਂ ਨਾਲ ਸਾਂਝਾ ਕੀਤਾ ਹੈ। ਸੰਖੇਪ ਇਤਿਹਾਸ ਹੀ ਦੱਸਿਆ ਹੈ। ਜਪੇ ਨਾਮ ਪੂਜੇ ਚਰਨ, ਇਸ ਪ੍ਰਕਾਰ ਜਿਹੜੇ ਮੁਲਾਨੇ ਨੇ ਸਤਿਗੁਰਾਂ ਦੀਆਂ ਸ਼ਕਤੀਆਂ ਵੇਖ ਕਰਕੇ ਸਤਿਗੁਰਾਂ ਦਾ ਨਾਮ ਜਪਦੇ ਨੇ, ਚਰਨਾਂ ਦੀ ਪੂਜਾ ਕਰਦੇ ਨੇ। ਭਾਈ ਤੁਰਕ ਸੁਭਦਾਸ, ਸਾਰੇ ਹੀ ਪੁਰਖ ਸਤਿਗੁਰਾਂ ਦੇ ਸੇਵਕ ਬਣੇ ਨੇ। ਸਭ ਕਾਜੀ ਅਤ ਦੀਨ ਪਵੈ, ਜਿੰਨੇ ਵੀ ਕਾਜੀ ਮੁਲਾਨੇ ਸਨ, ਸਾਰੇ ਹੀ ਸਤਿਗੁਰਾਂ ਦੇ ਅਧੀਨ ਹੋਏ ਨੇ। ਕਹੇ ਬੈਨ ਸਿਰਨਾਏ, ਸਤਿਗੁਰਾਂ ਨੂੰ ਸੀਸ ਨਵਾ ਕਰਕੇ ਬਚਨ ਕੀਤੇ ਨੇ। ਨਿਜੇ ਚਰਨ ਖਰਾਬ ਅਬ, ਕਹਿਣ ਲੱਗੇ ਮਹਾਰਾਜ ਆਪ ਜੀ ਆਪਣੇ ਚਰਨਾਂ ਦੇ ਇੱਕ ਖੜਾਵ ਮਦੀਨੇ ਦੇ ਆਏ ਹੋ, ਉੱਥੋਂ ਦੇ ਲੋਕਾਂ ਨੂੰ ਕਿਰਪਾ ਕਰੋ, ਜੋ ਇੱਕ ਖੜਾਵ ਬਚੇ ਹੈ ਉਹ ਸਾਨੂੰ ਮੱਕੇ ਦੇ ਵਾਸੀਆਂ ਨੂੰ ਦੇਣਾ ਕਰੋ ਜੀ। ਹਮ ਪੂਜੇ ਚਿਤ ਲਾਏ, ਅਸੀਂ ਮੱਕੇ ਦੇ ਵਿੱਚ ਰੱਖ ਕਰਕੇ ਬੜੇ ਪ੍ਰੇਮ ਦੇ ਨਾਲ ਇਸ ਦੀ ਪੂਜਾ ਕਰਾਂਗੇ। ਸਵਈਆ ਦੂਸਰੀ ਕੌਸ ਲਈ ਕਰ ਕਾਬੇ ਇਸ ਮੇ, ਪ੍ਰਕਾਰ ਸਤਿਗੁਰਾਂ ਦੀ ਦੂਜੀ ਖੜਾਵ ਲੈ ਕਰਕੇ ਉਹਨਾਂ ਪਹਿਲਿਆਂ ਨੇ ਮਦੀਨੇ ਵਿੱਚ ਰੱਖੀ ਹੈ, ਦੂਜੀ ਖੜਾਵ ਸਤਿਗੁਰਾਂ ਦੀ ਬੜੇ ਸਤਿਕਾਰ ਦੇ ਨਾਲ ਮੱਕੇ ਵਿੱਚ ਬਿਰਾਜਮਾਨ ਕੀਤੀ ਹੈ। ਜਿਤ ਤਾਹੇ ਸਭੇ ਤੁਰਕਾਨਾ, ਇਸ ਪ੍ਰਕਾਰ ਸਾਰੇ ਹੀ ਸਤਿਗੁਰਾਂ ਦੀ ਪੂਜਾ ਕਰਨ ਲੱਗੇ ਨੇ, ਜਿੰਨਾ ਵੀ ਉੱਥੋਂ ਦਾ ਤੁਰਕ ਭਾਈਚਾਰਾ ਹੈ। ਹੈ ਇਹ ਆਪ ਖੁਦਾਈ ਧਰਾ ਤਾਨਾ, ਤੇ ਮਨ ਹੀ ਮਨ ਵਿੱਚ ਜਾਣਨ ਲੱਗੇ ਨੇ ਕਿ ਇਹ ਖੁਦਾ ਰੂਪ ਆਪ ਪਰਮੇਸ਼ਰ ਹੈ। ਲੋਕ ਉਦਾਹਰਨ ਜਮਨ ਮਾਨਾ, ਲੋਕਾਂ ਦੇ ਉਦਾਹਰਨ ਕਰਨ ਵਾਸਤੇ, ਲੋਕਾਂ ਦਾ ਭਲਾ ਕਰਨ ਵਾਸਤੇ। ਕੀਰਤ ਹੋਏ ਰਹੀ ਜਿਤ ਹੀ, ਇਸ ਪ੍ਰਕਾਰ ਸਤਿਗੁਰਾਂ ਨੇ ਸਰੀਰ ਧਾਰਨ ਕੀਤਾ ਹੈ ਤੇ ਸਤਿਗੁਰਾਂ ਦੀ ਵਡਿਆਈ ਹੋ ਰਹੀ ਹੈ। ਜਤ ਉਜਲ ਸੋਹਤ ਜੌਨ ਸਮਾਨਾ, ਜਿਵੇਂ ਚੰਦਰਮੇ ਦੀ ਚਾਂਦਨੀ ਪ੍ਰਕਾਸ਼ਿਤ ਹੁੰਦੀ ਹੈ, ਇਸ ਪ੍ਰਕਾਰ ਸਜਦੀ ਅਰਬ ਵਿੱਚ ਮੱਕੇ ਦੇ ਇਲਾਕੇ ਵਿੱਚ ਸਤਿਗੁਰਾਂ ਦੀ ਵਡਿਆਈ ਫੈਲ ਰਹੀ ਹੈ। ਬੈਠੇ ਹੋਤੇ ਇੱਕ ਕਾਲ ਅਕੇਲੇ ਹੀ, ਇਸ ਪ੍ਰਕਾਰ ਇੱਕ ਦਿਨ ਸਤਿਗੁਰੂ ਜੀ ਮੱਕੇ ਦੇ ਵਿੱਚ ਇਕੱਲੇ ਹੀ ਬੈਠੇ ਸਨ। ਦਰਸ਼ਨ ਸ੍ਰੀ ਮੁਖ ਬੈਠ ਬਖਾਨਾ, ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਤਾਈ ਕਹਿਣ ਲੱਗੇ ਨੇ। ਕਬੈਤ ਉਹ ਮਰਦਾਨਾ ਵੈਸੇ ਪਾਸ ਤਹਿਖਾਨਾ, ਇਸ ਪ੍ਰਕਾਰ ਭਾਈ ਮਰਦਾਨਾ ਜੀ ਆ ਕਰਕੇ ਜਦੋਂ ਸਤਿਗੁਰਾਂ ਦੇ ਨਜ਼ਦੀਕ ਬੈਠੇ ਨੇ, ਕਹੇ ਆਜ ਹਮੇ ਜਾਗ ਕਿਨ ਮਨ ਸੁਸਾ ਨਾਨਕੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ, ਅੱਜ ਆਪਣੇ ਮਨਾਂ ਦੇ ਅੰਦਰ ਸਾਡੇ ਭੈਣ ਨਾਨਕੀ ਸਾਨੂੰ ਫਿਰ ਯਾਦ ਕਰ ਰਹੀ ਹੈ। ਚਲਿਓ ਅਬ ਚਾਹੇ ਨਾ ਮਿਲੰਤ ਕੋ ਲਗਏ, ਤੇ ਆਪਾਂ ਹੁਣ ਮੱਕੇ ਤੋਂ
ਸੁਲਤਾਨ ਪਰ ਲੋਧੀ ਨੂੰ ਜਾਣਾ ਕਰੀਏ, ਦੇਰੀ ਨਾ ਕਰੀਏ। ਸੁਧ ਵਿਖੇ ਵੇਗ ਜਾਏ ਕਰ ਪੁਰ ਸੁਲਤਾਨ ਤੇ ਕੀ। ਜਾ ਕਰਕੇ ਸੁਲਤਾਨ ਪਰ ਲੋਧੀ ਦੀ ਖਬਰ ਲੈਣਾ ਕਰੀਏ ਕਿ ਉਥੋਂ ਦੇ ਲੋਕ ਹੁਣ ਕਿਵੇਂ ਵਸਦੇ ਨੇ। ਬੋਲੇ ਮਰਦਾਨਾ ਅਬ ਸੰਧਿਆ ਕਾਲ ਭਇਓ ਪ੍ਰਭ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਹੁਣ ਤਾਂ ਸੂਰਜ ਢਲ ਚੁੱਕਾ ਹੈ, ਸ਼ਾਮ ਦਾ ਸਮਾਂ ਹੋਇਆ ਹੈ। ਜੈਸੇ ਵਿਦ ਬਨੇ ਤਹਾਂ ਤੂਰ ਨਹੀਂ ਜਾਣ ਕੀ। ਮਹਾਰਾਜ ਹੁਣ ਰਾਤ ਦਾ ਸਮਾਂ ਹੈ, ਕਿਵੇਂ ਹੁਣ ਆਪਾਂ ਛੇਤੀ ਤੁਰ ਸਕਦੇ ਹਾਂ। ਰਹੇ ਉਹੀ ਠੌਰ ਲੈਣ ਭੂਰ ਕੀ ਬਿਆਨ ਕੀਜੈ। ਮਹਾਰਾਜ ਆਪਾਂ ਰਾਤਰੀ ਇੱਥੇ ਹੀ ਬਤੀਤ ਕਰਦੇ ਹਾਂ, ਸਵੇਰ ਹੁੰਦਿਆਂ ਹੀ ਤੁਰ ਪਵਾਂਗੇ। ਮਹਿਮਾ ਨਾ ਜਾਣ ਸਕੇ ਕਰਨਾ ਨਿਧਾਨ ਕੀ। ਭਾਈ ਮਰਦਾਨਾ ਜੀਆਂ ਦਾ ਭੋਲਾ ਸੁਭਾਅ ਹੈ, ਕਿਰਪਾਲੂ ਦਿਆਲੂ ਸਤਿਗੁਰਾਂ ਦੀ ਮਹਿਮਾ ਨਹੀਂ ਜਾਣਦੇ, ਇਸ਼ਾਰੇ ਨਹੀਂ ਸਮਝਦੇ। ਗੁਰੂ ਕਹੈ ਤੁਰਨ ਚੱਲੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਆਪਣਾ ਛੇਤੀ ਜਾਣਾ ਬਣਦਾ ਹੈ। ਅਬ ਹੀ ਪੁਰ ਸੁਲਤਾਨ ਹੁਣ ਹੀ ਸੁਲਤਾਨ ਪਰ ਲੋਧੀ ਨੂੰ ਚਾਲੇ ਪਾਈਏ ਜੀ। ਸੰਗ ਨੂੰ ਬਚਨ ਹੈ। ਕਿਉਂਕਿ ਸਾਡੀ ਭੈਣ ਦੇ ਨਾਲ ਸਾਡੇ ਵਚਨ ਕੀਤੇ ਨੇ ਕਿਉਂ ਕਰ ਸਕੈ ਸੁਖਾਨ। ਤੇ ਉਹਨਾਂ ਵਚਨਾਂ ਨੂੰ ਅਸੀਂ ਕਿਵੇਂ ਟਾਲ ਸਕਦੇ ਹਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਬੇਬੇ ਨਾਨਕੀ ਜੀ ਨਾਲ ਵਚਨ ਕੀਤੇ ਸਨ ਕਿ ਭੈਣ ਜੀ ਤੁਸੀਂ ਸਾਨੂੰ ਜਦੋਂ ਵੀ ਯਾਦ ਕਰੋਗੇ, ਜਦੋਂ ਵੀ ਮਨ ਵਿੱਚ ਚੇਤੇ ਕਰੋਗੇ, ਉਸੇ ਸਮੇਂ ਹੀ ਆ ਕੇ ਆਪ ਜੀਆਂ ਨੂੰ ਦਰਸ਼ਨ ਬਖਸ਼ਾਂਗੇ ਜੀ। ਆਸ ਕਹੇ ਗਮਨੇ ਤੁਰੰਤ ਹੀ। ਇਹ ਕੰਮ ਕਰਕੇ ਸਤਿਗੁਰਾਂ ਨੇ ਚੱਲਣ ਦੀ ਤਿਆਰੀ ਕੀਤੀ ਹੈ। ਸੰਧਿਆ ਦੇ ਸਮੇਂ ਸ਼ਾਮ ਨੂੰ ਚਾਲੇ ਪਾਏ ਨੇ। ਜੋ ਸੰਧਿਆ ਕਾਲ ਜਦੋਂ ਸੰਧਿਆ ਦਾ ਸਮਾਂ ਹੋਇਆ ਹੈ, ਸੂਰਜ ਡੁੱਬਿਆ ਹੈ, ਹਨੇਰਾ ਛਾਉਣ ਲੱਗਾ ਹੈ। ਕभी ਨਿਸਾ ਬੀਤੀ ਜਬ ਹੈ। ਜਦੋਂ ਰਾਤ ਦੀ ਇੱਕ ਘੜੀ ਬਤੀਤ ਹੋਈ ਹੈ ਹਨੇਰੇ ਵਿੱਚ, ਜੇ ਨਗਰ ਕਿਰਪਾਲ ਕਿਰਪਾਲੂ ਦਿਆਲੂ ਸਤਿਗੁਰੂ ਜੀ ਸ਼ਕਤੀਆਂ ਦੇ ਮਾਲਕ ਮਹਾਰਾਜ ਇੱਕ ਘੜੀ ਦੇ ਵਿੱਚ ਹੀ ਸਬਜ਼ੀ ਅਰਬ ਤੋਂ ਸੁਲਤਾਨ ਪਰ ਲੋਧੀ ਪਹੁੰਚੇ ਨੇ। ਤੋਸਾ ਜੋ ਦਾਸੀ ਸੋ ਦੇਖ ਹਰ ਖਾਈ ਕਹੈ। ਇਸ ਪ੍ਰਕਾਰ ਜਿਹੜੀ ਬੇਬੇ ਨਾਨਕੀ ਜੀ ਦੇ ਘਰੇ ਕੰਮ ਕਰਨ ਵਾਲੀ ਤੁਲਸਾ ਦਾਸੀ ਹੈ, ਉਸ ਨੇ ਜਦੋਂ ਦਰਵਾਜ਼ੇ ਵੱਲ ਵੇਖਿਆ ਹੈ ਤੇ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਮਰਦਾਨਾ ਜੀ ਦੂਰ ਆਉਂਦੇ ਨਜ਼ਰ ਆਏ ਨੇ। ਬਹੂ ਜੀ ਵਧਾਈ ਤੁਮ ਭਰਾਤ ਆਇਓ ਜਾਣੈ। ਬੜੀ ਖੁਸ਼ੀ ਦੇ ਵਿੱਚ ਆ ਕੇ ਕਹਿਣ ਲੱਗੀ, ਭਰਜਾਈ ਬੇਬੇ ਨਾਨਕੀ ਜੀ ਮੈਨੂੰ ਏਦਾਂ ਜਾਪਦਾ ਹੈ ਆਪ ਜੀਆਂ ਦੇ ਭਰਾ ਆ ਰਹੇ ਨੇ। ਭਾਈ ਹਰ ਖਾਈ ਫਨ ਰਾਏ ਮਨ ਪਾਈ ਮਨੋ। ਬੇਬੇ ਨਾਨਕੀ ਜੀ ਆਪਣੇ ਕੰਮਕਾਰ ਵਿੱਚ ਹੀ ਛੱਡ ਕਰਕੇ ਦੌੜੀ ਦਰਵਾਜ਼ੇ ਤੇ ਆਈ ਹੈ। ਕਰੀ ਸੁਖਦਾਈ ਸੋ ਭਈ ਅਪਰਮਨ। ਤੇ ਕਹਿਣ ਲੱਗੇ ਸੁੱਖਾਂ ਵਾਲਾ ਦਿਨ ਆਇਆ ਹੈ, ਸੁੱਖਾਂ ਵਾਲੀ ਰਾਤਰੀ ਆਈ ਹੈ। ਜਿਵੇਂ ਕਿਸੇ ਨਾਗ ਨੂੰ ਮਣੀ ਪ੍ਰਾਪਤ ਹੋ ਜਾਵੇ ਤੇ ਜਿਵੇਂ ਖੁਸ਼ੀ ਵਿੱਚ ਫੁਲਕਾਰੇ ਮਾਰਦਾ ਹੈ, ਏਦਾਂ ਬੇਬੇ ਨਾਨਕੀ ਜੀ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ। ਭਾਈ ਪਦ ਕਾਂਚਲ ਲਟਾਈ ਗੁਰੂ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਨਜ਼ਦੀਕ ਆਏ ਨੇ, ਦੌੜ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਨਮਾਨ ਸਤਿਕਾਰ ਕਰਦਿਆਂ ਹੋਇਆਂ ਸਤਿਗੁਰਾਂ ਨੇ ਆਪਣੇ ਤੋਂ ਵੱਡੇ ਜਾਣਦਿਆਂ ਹੋਇਆਂ ਉਹਨਾਂ ਨੂੰ ਮੋਢਿਆਂ ਤੇ ਚੁੱਕਿਆ, ਮੋਢਿਆਂ ਤੋਂ ਚੁੱਕਿਆ ਹੈ, ਉੱਪਰ ਉਠਾਇਆ ਹੈ। ਕਹਿਣ ਲੱਗੀ ਹੈ, ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਜੀਆਂ ਨੂੰ ਦੀ ਬੜੀ ਯਾਦ ਆਉਂਦੀ ਸੀ। ਤੇ ਆਪ ਜੀ ਮੇਰੀਆਂ ਬੇਨਤੀਆਂ ਨੂੰ ਪ੍ਰਵਾਨ ਕਰਦੇ ਮੇਰੇ ਕੋਲ ਆਏ ਹੋ, ਆਪ ਜੀਆਂ ਦਾ ਸ਼ੁਕਰ ਹੈ। ਛੇਤੀ ਦੇ ਨਾਲ ਪਲੰਘ ਢਾਇਆ ਹੈ ਅਤੇ ਸਤਿਗੁਰਾਂ ਨੂੰ ਬਿਠਾਇਆ ਹੈ। ਤੇ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਲੰਘ ਉੱਪਰ ਬੈਠ ਕਰਕੇ ਬੋਲੇ ਨੇ। ਤੇ ਮਹਾਰਾਜ ਪੁੱਛਣ ਲੱਗੇ ਕਿ ਭੈਣ ਜੀ ਦੱਸੋ ਸਾਡੇ ਤਾਈ ਕੀ ਕਾਰਜ ਹੈ, ਕਿਉਂ ਯਾਦ ਕਰ ਰਹੇ ਸੀ।
ਕਾਲ ਤੇ ਸਾਨੂੰ ਦੱਸਣਾ ਕਰੋ, ਅਸੀਂ ਛੇਤੀ ਆਪ ਜੀਆਂ ਦੀ ਇੱਛਾ ਪੂਰਨ ਕਰਾਂਗੇ। ਨਾਨਕੀ ਕਹਿਤ ਜਪ ਚਾਹੇ ਦਰਸ਼ਨ ਹਿਤ ਕਹਿਣ ਲੱਗੇ ਨੇ ਬੇਬੇ ਨਾਨਕੀ ਜੀ ਕੇ ਭਰਾਤਾ ਜੀ ਆਪ ਜੀਆਂ ਦੇ ਦਰਸ਼ਨਾਂ ਦੀ ਬਹੁਤੀ ਇੱਛਾ ਸੀ। ਨੀਨੋ ਚਿਤ ਮਿਲੇ ਬਨ ਬਰਖ ਵਿਖਾਈ ਹੈ ਤੇ ਆਪ ਜੀਆਂ ਨੇ ਕਿਰਪਾ ਕੀਤੀ ਹੈ, ਕਿਰਪਾਲੂ ਦਿਆਲੂ ਹੋਏ ਹੋ। ਆਪ ਜੀਆਂ ਨੇ ਇੱਛਾ ਪੂਰੀ ਕੀਤੀ, ਦਰਸ਼ਨ ਬਖਸ਼ੇ ਨੇ। ਰਾਤ ਨੇ ਵਿਸਾਰੀ ਉਠੇ ਮੋਕੋ ਚਾਹਾਂ ਦੇਖੋ ਤੋਹੇ ਇਹ ਭਰਾਤਾ ਜੀ ਤੁਸੀਂ ਤਾਂ ਦੂਰ ਜਾ ਕਰਕੇ ਮੈਨੂੰ ਵਿਸਾਰ ਹੀ ਦਿੱਤਾ ਸੀ, ਭੁੱਲ ਹੀ ਗਏ ਸੀ। ਵੇਖੋ ਮੈਨੂੰ ਆਪ ਜੀਆਂ ਦੇ ਫਿਰ ਵੀ ਯਾਦ ਆਉਂਦੀ ਰਹੀ ਹੈ। ਐਸੇ ਕਹੇ ਆਖਣ ਤੇ ਆਸਨ ਡੁਰਾਏ ਹੈ ਇਹਦਾ ਬੇਬੇ ਨਾਨਕੀ ਜੀ ਕਹਿੰਦੇ ਕਹਿੰਦੇ ਅੱਖਾਂ ਭਰ ਆਏ ਨੇ। ਪਹੁੰਚ ਮੁਖ ਹਾਥ ਸਾਥ ਦੂਜੇ ਸੁਖ ਗਾਤ ਤੇ ਪੋਨ ਫਿਰ ਬੇਬੇ ਨਾਨਕੀ ਜੀ ਆਪਣੀਆਂ ਅੱਖਾਂ ਨੂੰ ਪੂੰਝਦੇ ਹੋਏ ਸਤਿਗੁਰਾਂ ਤਾਈਂ ਸਵਾਲ ਕਰਦੇ ਨੇ। ਮੈਂ ਕੇ ਸਮੀਪ ਜਾਂਦੇ ਤੁਰ ਨਹੀਂ ਆਏ ਹੈ ਕਹਿਣ ਲੱਗੇ ਮਹਾਰਾਜ ਆਪ ਜੀ ਜ਼ਰੂਰ ਨਗਰ ਦੇ ਨੇੜੇ ਹੀ ਹੋਵੋਗੇ, ਜੋ ਮੇਰੇ ਮਨ ਦੀ ਭਾਵਨਾ ਜਾਣਦੇ ਇੰਨੀ ਛੇਤੀ ਆਏ ਹੋ। ਵਾਕੇ ਮਰਦਾਨਾ ਜੋ ਜਾਦੀ ਸੁਣ ਲੀਜੇ ਹਿਤ ਕਹਿਣ ਲੱਗੇ ਨੇ ਭਾਈ ਮਰਦਾਨਾ ਜੀ ਇਹ ਭੈਣ ਜੀ ਸੁਣਨਾ ਕਰੋ। ਤੇਰੀ ਹੀ ਹਜ਼ਾਰ ਕੋਸ ਕੇਤੇ ਤਜਤਾਈ ਤੇ ਹੈ ਅਸੀਂ ਵਿਦੇਸ਼ਾਂ ਦੇ ਵਿੱਚ ਵਿਚਰ ਰਹੇ ਸਨ, ਇਥੋਂ ਘੱਟੋ ਘੱਟ ਵੀ 1000 ਤੋਂ ਵੱਧ ਦੂਰੀ ਤੇ ਸੀ। ਤੇ ਅਸੀਂ ਆਪ ਜੀਆਂ ਦੀਆਂ ਬੇਨਤੀਆਂ ਸੁਣਦੇ ਹੋਏ ਪਲ ਦੇ ਵਿੱਚ ਪਹੁੰਚੇ ਹਾਂ। ਕਬੈਤ ਛਨ ਵਿਖੇ ਆਏ ਕੇਤੇ ਬਰਖ ਕੋ ਪੰਥ ਜੋ ਇਸ ਪ੍ਰਕਾਰ ਜਿਹੜਾ ਬੜਾ ਲੰਬਾ ਰਸਤਾ ਸੀ, ਸਾਲਾਂ ਬੱਧੀ ਰਸਤਾ ਸੀ ਨਾ ਤੁਰ ਕੇ, ਉਹ ਅਸੀਂ ਪਲਾਂ ਦੇ ਵਿੱਚ ਤੈਅ ਕੀਤਾ ਹੈ। ਨਾਨਕ ਜੀ ਨੈਣਨ ਕੀ ਸੈਨ ਸੋ ਨਿਵਾਰਿਆ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਅੱਖਾਂ ਦੇ ਨਾਲ ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ ਹੈ ਕਿ ਜੋ ਸਾਡੀਆਂ ਸ਼ਕਤੀਆਂ ਨੇ ਸਾਡੀ ਭੈਣ ਕੋਲ ਪ੍ਰਗਟ ਨਾ ਕਰੋ ਜੀ। ਸੋਦਰੀ ਸੋ ਕਹੈ ਚਿਤ ਚਿਤਵਨ ਪੂਰੀ ਭਈ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਹੈ ਭੈਣ ਜੀ ਜੇਕਰ ਆਪ ਜੀਆਂ ਦੇ ਮਨ ਦੀ ਇੱਛਾ ਪੂਰੀ ਹੋਈ ਹੈ ਨੀਜੇ ਅਬ ਆਇਸ ਬਿਲੰਬ ਕੋ ਵਿਦਾਰਿਆ ਤੇ ਫਿਰ ਸਾਨੂੰ ਆਗਿਆ ਦੇਣੀ ਕਰੋ, ਅਸੀਂ ਆਪਣੀ ਉਦਾਸੀ ਨੂੰ ਰਸਤੇ ਵਿੱਚ ਛੱਡ ਕੇ ਆਏ ਹਾਂ। ਜੀਜੇ ਆਗੇ ਬਿਨੇ ਕੀਜੇ ਕੁਛ ਕਹਿ ਦੀਜੇ ਤੁਮ ਤੇ ਜੋ ਸਾਡਾ ਜੀਜਾ ਹੈ ਆਪ ਜੀਆਂ ਦਾ ਪਤੀ ਹੈ ਭਾਈ ਜੈ ਰਾਮ, ਉਹ ਕਿਤੇ ਘਰ ਵਿੱਚ ਨਜ਼ਰ ਨਹੀਂ ਆਉਂਦਾ, ਉਹਨਾਂ ਨੂੰ ਵੀ ਸਾਡੀ ਸਤਿ ਸ੍ਰੀ ਅਕਾਲ ਸੁਖ ਸ਼ਾਂਤ ਦੱਸਿਓ ਜੀ। ਪੰਥ ਪਰ ਠਾਂਡੇ ਹਮ ਚਹਿਤ ਵਧਾਰਿਆ ਅਸੀਂ ਅੱਗੇ ਰਸਤਾ ਬੜਾ ਹੋਰ ਵੀ ਤੈਅ ਕਰਨਾ ਸੀ, ਪਰ ਆਪ ਜੀਆਂ ਨੇ ਯਾਦ ਕੀਤਾ, ਇਸ ਲਈ ਆਪ ਜੀਆਂ ਦੇ ਦਰਸ਼ਨਾਂ ਲਈ ਆਏ ਹਾਂ। ਐਸੇ ਸੁਨ ਬੈਨ ਭਇਓ ਜੀਓ ਬਿਨ ਚੈਨ ਜਦੋਂ ਬੇਬੇ ਨਾਨਕੀ ਜੀ ਨੇ ਬਚਨ ਸੁਣੇ ਨੇ ਕਿ ਗੁਰੂ ਨਾਨਕ ਦੇਵ ਜੀ ਹਜੇ ਹੁਣੇ ਆਏ ਨੇ ਤੇ ਫਿਰ ਜਾਣ ਦੀਆਂ ਗੱਲਾਂ ਕਰਦੇ ਨੇ, ਹਿਰਦਾ ਬੇਚੈਨ ਹੋਇਆ ਹੈ, ਬੜੀ ਚਿੰਤਾ ਵਧੀ ਹੈ। ਬਹੁਰੂਪਤ ਨੈਣ ਕਰ ਆਸਨ ਕੋ ਧਾਰਿਆ ਅੱਖਾਂ ਦੇ ਵਿੱਚੋਂ ਜਲ ਆਇਆ ਹੈ, ਇਸ ਪ੍ਰਕਾਰ ਬਹੁਤਾ ਰੋਣ ਲੱਗੀ ਹੈ ਬੇਬੇ ਨਾਨਕੀ ਜੀ। ਕਬੈਤ ਸ੍ਰੀ ਚੰਦ ਆਨ ਕੀਠ ਖਾਂਡੋ ਅਗਵਾਨ ਜਬ ਇਸ ਪ੍ਰਕਾਰ ਜਦੋਂ ਆਵਾਜ਼ਾਂ ਸੁਣ ਕਰਕੇ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਬਾਹਰ ਆਏ ਨੇ। ਬੰਦੇ ਮੈਂ ਦੋ ਬਾਣ ਤਬ ਬੈਨ ਕੋ ਬਖਾਨਿਆ ਭਾਈ ਮਰਦਾਨਾ ਜੀ ਕਹਿੰਦੇ ਫਿਰ ਮੈਂ ਬੇਨਤੀ ਸਤਿਗੁਰਾਂ ਤਾਈਂ ਕੀਤੀ ਹੈ। ਸੋਦਰੀ ਰੁਦਨਾ ਬਿਲ ਖਾਤ ਹੈ ਬਦਨ ਕਹਿੰਦੇ ਸਤਿਗੁਰੂ ਜੀ ਆਪ ਜੀਆਂ ਦੀ ਭੈਣ ਬਹੁਤਾ ਵੈਰਾਗ ਕਰ ਰਹੀ ਹੈ। ਨਹੀਂ ਜੀਜਾ ਹੈ ਸਦਨ ਆਜ ਰਬੋ ਨਾ ਪਿਆਨਿਆ ਨਾਲੇ ਆਪ ਜੀਆਂ ਦੇ ਜੀਜਾ ਭਾਈ ਜੈ ਰਾਮ ਵੀ ਘਰ ਨਹੀਂ, ਉਹਨਾਂ ਨਾਲ ਵੀ ਮੇਲਾ ਹੋ ਜਾਵੇਗਾ। ਅੱਜ ਆਪ ਜੀ ਇੱਥੇ ਹੀ ਰੁਕਣਾ ਕਰੋ। ਗੁਰੂ ਗਤ ਦੈਨ ਰਹੀ ਨਾਨਕੀ ਕੇ ਐਨ ਰੈਣ ਇਸ ਪ੍ਰਕਾਰ ਮੁਕਤੀ ਦਾਤੇ ਗੁਰੂ ਨਾਨਕ ਦੇਵ ਜੀ ਬੇਨਤੀਆਂ ਸੁਣ ਕਰਕੇ ਬੇਬੇ ਨਾਨਕੀ ਜੀ ਦੇ ਘਰ ਠਹਿਰੇ ਨੇ। ਮੇਰੇ ਬੈਨ ਸੁਨੇ ਤਬ ਸੁਖ ਦਾਨ ਮਾਨਿਆ ਇਸ ਪ੍ਰਕਾਰ ਸੁੱਖਾਂ ਦੇ ਦਾਤੇ ਗੁਰੂ ਨਾਨਕ ਦੇਵ ਜੀਆਂ ਨੇ ਮੇਰੀਆਂ ਬੇਨਤੀਆਂ ਸੁਣ ਕਰਕੇ ਰੁਕੇ ਨੇ। ਕਮਲ ਬਦਨ ਸੁਖ ਗਿਆਨ ਕੋ ਸਦਨ ਸਤਿਗੁਰਾਂ
ਦੇ ਕਮਲ ਵਰਗਾ ਮੁਖ ਹੈ, ਸੁੱਖਾਂ ਦਾ ਘਰ ਨੇ ਸਤਿਗੁਰੂ ਜੀ। ਉਜਾਸ ਮੋਹ ਕੋ ਕਤਨ ਦਰਸ਼ਨ ਦੁਖ ਮਾਨਿਆ। ਆਪਣੇ ਦਾਸਾਂ ਦੇ ਵਿਕਾਰਾਂ ਨੂੰ ਨਾਸ਼ ਕਰਨ ਵਾਲੇ ਐਸੇ ਮਹਾਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਕਹਿੰਦੇ, ਮੇਰੀਆਂ ਬੇਨਤੀਆਂ ਸੁਣ ਕਰਕੇ ਮੇਰੀ ਲਾਜ ਰੱਖੀ ਹੈ। ਅੱਜ ਦਾ ਦਿਨ ਬੇਬੇ ਨਾਨਕੀ ਜੀ ਦੇ ਘਰ ਹੀ ਸਤਿਗੁਰੂ ਜੀ ਠਹਿਰੇ ਨੇ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਕੱਲ੍ਹ ਨੂੰ ਸਤਿਗੁਰੂ ਜੀ ਅਗਲੀ ਅਦਾਸੀ ਕਿਸ ਤਰ੍ਹਾਂ ਨੂੰ ਮਹਾਰਾਜ ਬਿਆਨਾ ਕਰਨਗੇ, ਆਰੰਭ ਕਰਨਗੇ। ਕੱਲ੍ਹ ਦੇ ਇਤਿਹਾਸ ਵਿੱਚ ਸ਼ਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਸਹਿਜ ਸਿੱਧੀ, ਮਨ ਵਜੀਆਂ ਬਾਧਾਈਆਂ। ਰਾਗ ਰਤਨ ਪਰਵਾਰ ਕਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਵਿਸਾਰੀ। ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਗਿਆਨਾ ਹੀ ਕਰ ਤੇਰਾ, ਘਾਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵਈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੀਰੀ। ਨਾਨਕ ਸੱਚੇ ਸਾਹਿਬ ਗਿਆਨਾ ਹੀ ਕਰ ਤੇਰਾ, ਸੱਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜੈਸਰੀਆਂ ਇਹ ਵਡਿਆਈਆਂ। ਹੈ ਨਾਨਕ ਸਹੁ ਸੰਤਹੁ ਸ਼ਬਦ ਤਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਸਾਚੇ ਪੰਜ ਸ਼ਬਦ ਕਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰਿਆ। ਦੂਤ ਤੁਧ ਸ ਵਾਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਾਹੈ ਨਾਨਕ ਤੈ ਸੁਖ ਹੋਆ, ਜਿਤ ਕਰ ਅਨਹਦ ਬਾਜੀ। ਅਨੰਦ ਸੁਨਹੁ ਬੜ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੀ। ਭੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰਤੇ ਜਾਣੀ। ਸੁਣਤੇ ਪੁਨੀਤ ਕਹਤ ਪਵਿੱਤ ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਜੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ, ਖੇਤੀ ਛੁਟੀ ਨਾਲ। ਜਿਨੀ ਨਾਮ ਧਿਆਇਆ ਆਇਆ ਗਏ ਮੁਸਕਤ ਕਾਲ,